प्यारे बच्चों सत श्री अकाल। मैं नवजोत कौर सरकारी कन्या सीनियर सैकेंडरी स्कूल फरीदकोट विच साइंस विशा पढ़ाउंदी। अज आपां 8वीं क्लास दा तुहाडा लैसन है लैसन नंबर 3 संश्लिष्ट रेशे अते प्लास्टिक, इस बारे डिस्कशन करांगे। तुसी सारिਆਂ ने 6वीं ते 7वीं क्लास दे विच रेशियां बारे पढ़िया सी। तुहानू याद ही होना है आपां 6वीं ते 7वीं क्लास विच कुछ अजिहे रेशे पढ़े सी जिहड़े सानू कुदरत वल्लों मिल जांदे आ। उदाहरण वजों जिवें असीं देखदे हां साडे जिहड़े पशु पालन वाले विद्यार्थियों के मापे है, तुसीं देखते होंगे कि भेडां तो या जिहड़े ऊंट है इन्हां तो सानू कुछ रेशे मिलदे आ। ਤਾਂ ਉਹ ਕੀ ਸੀਗਾ ਸਾਡੇ ਕੋਲੇ, ਉਸਨੂੰ ਅਸੀਂ ਉੱਨ ਕਹਿੰਦੇ ਸੀ। ਇਸੇ ਤਰ੍ਹਾਂ ਜਿਹੜੇ ਬੱਚੇ ਖੇਤੀਬਾੜੀ ਨਾਲ ਸੰਬੰਧਿਤ ਰੱਖਦੇ ਆ ਉਹਨਾਂ ਨੇ ਵੇਖਿਆ ਹੋਣਾ ਹੈ ਕਿ ਜਦੋਂ ਉਹਨਾਂ ਦੇ ਪੇਰੈਂਟਸ ਖੇਤੀਬਾੜੀ ਕਰਦੇ ਆ ਉਹਦੇ ਵਿੱਚ ਨਰਮਾ, ਕਪਾਹ ਇਸ ਤਰ੍ਹਾਂ ਦੀਆਂ ਕੁਝ ਫਸਲਾਂ ਉਗਾਉਂਦੇ ਆ ਤਾਂ ਉਹਨਾਂ ਤੋਂ ਉਹਨਾਂ ਨੂੰ ਰੂਹ ਮਿਲਦੀ ਹੈ। ਤਾਂ ਉਸ ਰੂਹ ਤੋਂ ਫਿਰ ਅਸੀਂ ਉਹਨੂੰ ਕੱਟ ਕੇ ਕੀ ਬਣਾਉਂਦੇ ਆ, ਉਸ ਤੋਂ ਸੂਤ ਬਣਾਉਂਦੇ ਆ, ਸੂਤੀ ਰੇਸ਼ੇ ਬਣਾਉਂਦੇ ਆ। ਇਸੇ ਤਰ੍ਹਾਂ ਨਾਲ ਸਾਡੇ ਕੋਲੇ ਇੱਕ ਅਸੀਂ ਹੋਰ ਰੇਸ਼ੇ ਬਾਰੇ ਪੜਿਆ ਸੀ, ਉਹ ਸੀਗਾ ਸਾਡੇ ਕੋਲ ਰੇਸ਼ੇ। ਬੱਚਿਓ ਇਹ ਗੱਲ ਤਾਂ ਹੋਈ ਸਾਡੇ ਕੁਦਰਤੀ ਰੇਸ਼ਿਆਂ ਬਾਰੇ, ਪਰ ਇਸ ਕਲਾਸ ਵਿੱਚ ਅਸੀਂ ਕੁਦਰਤੀ ਰੇਸ਼ਿਆਂ ਦੇ ਨਾਲ ਅੱਗੇ ਵਧਾਂਗੇ। ਹੁਣ ਅਸੀਂ ਅੱਜ ਕੀ ਪੜਨਾ ਹੈ, ਸੰਸ਼ਲਿਸ਼ਟ ਰੇਸ਼ੇ। ਸੰਸ਼ਲਿਸ਼ਟ ਸ਼ਬਦ ਦਾ ਮਤਲਬ ਹੁੰਦਾ ਹੈ ਬਣਾਉਣਾ, ਇਸ ਦਾ ਮਤਲਬ ਹੈ ਬਣਾਉਣਾ। ਤਾਂ ਹੁਣ ਕੌਣ ਬਣਾਉਂਦਾ ਹੈ, ਤਾਂ ਸਾਨੂੰ ਵੀ ਪਤਾ ਹੈ ਕਿ ਕੁਦਰਤੀ ਰੇਸ਼ੇ ਕੁਦਰਤ ਵੱਲੋਂ ਮਿਲ ਗਏ ਤੇ ਸੰਸ਼ਲਿਸ਼ਟ ਮਤਲਬ ਬਣਾਉਣ ਵਾਲੇ ਬਣਾਉਟੀ ਰੇਸ਼ੇ ਮਨੁੱਖ ਦੁਆਰਾ ਬਣਾਏ ਜਾਂਦੇ ਆ। ਇਸ ਲਈ ਅਸੀਂ ਸੰਸ਼ਲਿਸ਼ਟ ਰੇਸ਼ਿਆਂ ਨੂੰ ਮਨੁੱਖ ਦੁਆਰਾ ਬਣਾਏ ਗਏ ਰੇਸ਼ੇ ਵੀ ਕਹਿ ਸਕਦੇ ਹਾਂ। ਮਨੁੱਖ ਦੁਆਰਾ ਬਣਾਏ ਗਏ ਰੇਸ਼ੇ ਸੰਸ਼ਲਿਸ਼ਟ ਰੇਸ਼ੇ ਅਖਵਾਉਂਦੇ ਹਨ। ਤਾਂ ਇਹ ਹੋਗੀ ਸਾਡੇ ਕੋਲੇ ਪਰਿਭਾਸ਼ਾ ਕਿ ਬਣਾਉਟੀ ਰੇਸ਼ੇ ਜਾਂ ਸੰਸ਼ਲਿਸ਼ਟ ਰੇਸ਼ੇ ਕੀ ਹੁੰਦੇ ਹਨ। ਅੱਜ ਹੁਣ ਅਸੀਂ ਇੱਕ ਇੱਕ ਕਰਕੇ ਇਸ ਬਾਰੇ ਜਾਣਕਾਰੀ ਲਵਾਂਗੇ। ਸਭ ਤੋਂ ਪਹਿਲਾਂ ਸਾਨੂੰ ਇਹ ਸਮਝਣਾ ਪਊਗਾ ਕਿ ਜਦੋਂ ਅਸੀਂ ਕੁਦਰਤੀ ਰੇਸ਼ਿਆਂ ਤੋਂ ਕੱਪੜਾ ਬਣਾਇਆ ਸੀ ਜਾਂ ਕੁਦਰਤੀ ਰੇਸ਼ਿਆਂ ਤੋਂ ਕੁਝ ਇਸ ਤਰ੍ਹਾਂ ਦੀਆਂ ਚੀਜ਼ਾਂ ਬਣਾਈਆਂ ਸੀ, ਜਿਸ ਤਰ੍ਹਾਂ ਸਿਲਕ ਤੋਂ ਸਿਲਕ ਦੀ ਸਾੜੀ, ਸੂਤ ਤੋਂ ਸੂਤ ਦੇ ਕੱਪੜੇ, ਤਾਂ ਸੰਸ਼ਲਿਸ਼ਟ ਰੇਸ਼ਿਆਂ ਤੋਂ ਅਸੀਂ ਕੀ ਬਣਾਉਣੇ ਆ। ਤਾਂ ਤੁਸੀਂ ਦੇਖਿਆ ਹੋਣਾ ਆਪਣੇ ਆਲੇ ਦੁਆਲੇ ਬਹੁਤ ਸਾਰੀਆਂ ਵਸਤਾਂ ਅਸੀਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਯੂਜ਼ ਕਰਦੇ ਆ। ਮੇਰੇ ਹੱਥ ਵਿੱਚ ਫੜਿਆ ਹੋਇਆ ਇੱਕ ਆਹ ਮਾਰਕਰ ਹੈ, ਇਹ ਵੀ ਤੁਸੀਂ ਦੇਖੋ ਕਾਹਦਾ ਬਣਿਆ ਹੋਇਆ ਹੈ, ਪਲਾਸਟਿਕ ਦਾ ਬਣਿਆ ਹੋਇਆ ਹੈ। ਸਾਡੇ ਰੋਜ਼ਾਨਾ ਵਰਤੋਂ ਵਿੱਚ ਆਉਣ ਵਾਲੇ ਜਿਵੇਂ ਕੁਰਸੀ ਹੈ, ਟੇਬਲ ਹੈ, ਸਵਿਚ ਬੋਰਡ ਹੈ, ਬਹੁਤ ਸਾਰੇ ਬਰਤਨ ਹੈ, ਤਾਂ ਇਹ ਸਾਰੀਆਂ ਚੀਜ਼ਾਂ ਪਲਾਸਟਿਕ ਦੀਆਂ ਬਣੀਆਂ ਹੁੰਦੀਆਂ। ਕੁਝ ਪਲਾਸਟਿਕ ਇਸ ਤਰ੍ਹਾਂ ਦੇ ਹੁੰਦੇ ਆ, ਕੁਝ ਬਹੁਤ ਸਖਤ ਤੇ ਕੁਝ ਬਹੁਤ ਨਰਮ ਹੁੰਦੇ ਆ। ਤਾਂ ਹੁਣ ਜੇ ਅਸੀਂ ਬੱਚਿਓ ਤੁਸੀਂ ਮੇਰੇ ਹੱਥ ਵਿੱਚ ਦੇਖ ਰਹੇ ਹੋ ਕੀ ਪਕੜਿਆ ਹੋਇਆ, ਇਹ ਇੱਕ ਪੈਨਸਿਲ ਹੈ। ਉਹ ਤੁਹਾਡੇ ਕੋਲ ਵੀ ਹੋਊਗੀ ਇਸ ਤਰ੍ਹਾਂ ਦੀ ਪੈਨਸਿਲ। ਤੁਸੀਂ ਕੀ ਕਰਦੇ ਹੋ, ਇਹਦਾ ਇੱਕ ਯੂਨਿਟ ਕੱਢਦੇ ਹੋ, ਅੱਗੇ ਲਗਾ ਲਿਆ, ਫਿਰ ਇਹਦਾ ਇੱਕ ਯੂਨਿਟ ਹੋਰ ਕੱਢ ਲਿਆ, ਹਨਾ। ਇਸ ਤਰ੍ਹਾਂ ਨਾਲ ਤੁਸੀਂ ਕਰਦੇ ਹੋ। ਤਾਂ ਇਹ ਪੈਨਸਿਲ ਕਾਹਦੇ ਤੋਂ ਬਣੀ ਹੈ, ਇਹ ਇੱਕ ਛੋਟੇ ਛੋਟੇ ਇਸ ਤਰ੍ਹਾਂ ਦੇ ਯੂਨਿਟਸ ਤੋਂ ਮਿਲ ਕੇ ਬਣੀ ਹੈ, ਛੋਟੀਆਂ ਛੋਟੀਆਂ ਇਕਾਈਆਂ ਤੋਂ ਮਿਲ ਕੇ ਬਣੀ ਹੈ। ਤਾਂ ਇਹਨਾਂ ਸਾਰੀਆਂ ਇਕਾਈਆਂ ਨੂੰ ਜਦੋਂ ਅਸੀਂ ਜੋੜ ਦਿੰਨੇ ਆ ਤਾਂ ਇਹ ਸਾਰੀ ਕੀ ਬਣ ਜਾਂਦੀ, ਇੱਕ ਪੈਨਸਿਲ ਬਣ ਜਾਂਦੀ ਹੈ। ਇਸੇ ਤਰ੍ਹਾਂ ਨਾਲ ਅਸੀਂ ਇੱਕ ਹੋਰ ਉਦਾਹਰਨ ਲੈ ਸਕਦੇ ਹਾਂ ਕਿ ਆਹ ਜਿਹੜੀਆਂ ਸਾਡੇ ਕੋਲੇ ਪਿੰਸ ਹੈ, ਪੇਪਰ ਪਿੰਸ ਹੈ, ਇਹਨਾਂ ਪਿੰਸ ਨੂੰ ਅਸੀਂ ਇੱਕ ਇੱਕ ਕਰਕੇ ਜੋੜਦੇ ਗਏ ਤਾਂ ਸਾਡੇ ਕੋਲ ਇੱਕ ਲੰਬੀ ਚੇਨ ਬਣ ਗਈ। ਤਾਂ ਇਹ ਸਾਡੇ ਕੋਲੇ ਇੱਕ ਇਕਾਈ ਹੈ, ਇਹਨਾਂ ਨੂੰ ਮਿਲਾ ਕੇ ਅਸੀਂ ਕੀ ਬਣਾ ਲਈ, ਇੱਕ ਲੰਬੀ ਚੇਨ ਬਣਾ ਲਈ। ਤਾਂ ਇਸੇ ਤਰ੍ਹਾਂ ਬਿਲਕੁਲ ਸਾਡੇ ਕੋਲੇ ਸੰਸ਼ਲਿਸ਼ਟ ਰੇਸ਼ੇ ਬਣੇ ਹੁੰਦੇ ਆ, ਛੋਟੀਆਂ ਛੋਟੀਆਂ ਇਕਾਈਆਂ ਨੂੰ ਮਿਲ ਕੇ ਵੱਡੇ ਯੂਨਿਟਸ ਤਿਆਰ। ਅਸੀਂ ਦੇਖਦੇ ਹਾਂ ਇਹ ਸਾਡੇ ਕੋਲੇ ਇੱਕ ਯੂਨਿਟ ਸੀ ਤੇ ਇਹ ਸਾਡੀ ਚੇਨ ਸੀ। ਇਸ ਤਰ੍ਹਾਂ ਇੱਕ ਯੂਨਿਟ ਨੂੰ ਅਸੀਂ ਮੋਨੋਮਰ ਜਾਂ ਇਕਲਕ ਆਖਦੇ ਹਾਂ
ਤੇ ਜਿਹੜੀ ਸਾਡੀ ਇੱਕ ਚੇਨ ਸੀ, ਇੱਕ ਇੱਕ ਯੂਨਿਟ ਮਿਲ ਕੇ ਇੱਕ ਲੰਬੀ ਚੇਨ ਬਣਾ ਰਿਹਾ। ਮਤਲਬ ਜਿਹੜੀ ਇਹ ਲੰਬੀ ਚੇਨ ਬਣੀ ਹੈ ਉਹ ਇੱਕ ਦੀ ਬਜਾਏ ਬਹੁਤ ਸਾਰੇ ਯੂਨਿਟਸ ਤੋਂ ਮਿਲ ਕੇ ਬਣੀ ਹੈ। ਤਾਂ ਅਸੀਂ ਵਰਡ ਲਵਾਂਗੇ ਬਹੁਤ, ਬਹੁਤ। ਤਾਂ 1 ਲੱਖ ਤੋਂ ਬਹੁਤ ਲੱਖ, ਤਾਂ ਇਹਨੂੰ ਅਸੀਂ ਕਹਿੰਦੇ ਆ ਬਹੁਲਕ। ਤਾਂ ਇਹ ਜਿਹੜਾ ਸ਼ਬਦ ਸਾਡੇ ਕੋਲੇ ਅਸੀਂ ਵਾਰ-ਵਾਰ ਵਰਤਾਂਗੇ ਇਸ ਲੈਸਨ ਦੇ ਵਿੱਚ। 1 ਲੱਖ ਮੋਨੋਮਰ, ਬਹੁਲਕ ਪੋਲੀਮਰਸ। ਤਾਂ ਜਿਹੜੇ ਬਹੁਲਕ ਹੈ ਇਹਨਾਂ ਨੂੰ ਮਿਲਾ ਕੇ ਅਸੀਂ ਸੰਸਲਿਸ਼ਟ ਰੇਸ਼ਿਆਂ ਦੇ ਵੱਖ-ਵੱਖ ਰੂਪ ਤਿਆਰ ਕਰ ਲੈਂਦੇ ਆ, ਜਿਨ੍ਹਾਂ ਨੂੰ ਅਸੀਂ ਕੱਪੜਾ, ਪਲਾਸਟਿਕ ਦੀਆਂ ਸਮਾਨ ਬਣਾਉਣ ਵਾਸਤੇ ਵਰਤਦੇ ਆ। ਹੁਣ ਇੱਕ ਇੱਕ ਕਰਕੇ ਇਹਨਾਂ ਬਾਰੇ ਪੜ੍ਹਦੇ ਆ। ਬੱਚਿਓ, ਤੁਸੀਂ ਜਾਣਦੇ ਹੋ ਕਿ ਸਭ ਤੋਂ ਪਹਿਲਾਂ ਜਿਹੜਾ ਸਾਡੇ ਕੋਲੇ ਇੱਕ ਇਸ ਤਰ੍ਹਾਂ ਦਾ ਰੇਸ਼ਾ ਬਣਾਇਆ ਗਿਆ ਸੀਗਾ, ਉਸ ਦਾ ਨਾਮ ਹੈ ਰੇਯੋਨ। ਰੇਯੋਨ ਨੂੰ ਨਾ ਤਾਂ ਅਸੀਂ ਸੰਸਲਿਸ਼ਟ ਰੇਸ਼ਿਆਂ ਦੀ ਕੈਟੇਗਰੀ 'ਚ ਰੱਖਦੇ ਆ ਤੇ ਨਾ ਹੀ ਅਸੀਂ ਇਸ ਨੂੰ ਕੁਦਰਤੀ ਰੇਸ਼ਿਆਂ ਦੀ ਕੈਟੇਗਰੀ 'ਚ ਰੱਖਦੇ ਆ। ਇਸ ਦਾ ਕਾਰਨ ਇਹ ਹੈ ਕਿ ਜਿਹੜਾ ਰੇਯੋਨ ਹੈ ਇਹ ਕੁਦਰਤੀ ਸਾਧਨਾਂ ਦੀ ਵਰਤੋਂ ਕਰਕੇ ਮਨੁੱਖ ਦੁਆਰਾ ਬਣਾਇਆ ਗਿਆ ਰੇਸ਼ਾ ਸੀ, ਇਸ ਲਈ ਇਸ ਨੂੰ ਅਸੀਂ ਇਹਨਾਂ ਦੋਨਾਂ ਹੀ ਕੈਟੇਗਰੀਜ਼ ਵਿੱਚ ਨਹੀਂ ਰੱਖਾਂਗੇ। ਬੱਚਿਓ, ਆਪਾਂ ਰੇਯੋਨ ਤੋਂ ਬਾਅਦ ਹੁਣ ਪਹਿਲੇ ਫੁਲੀ ਮੈਨ ਮੇਡ ਇੱਕ ਜਿਹੜਾ ਫਾਈਬਰ ਹੈ ਉਹਦੇ ਬਾਰੇ ਪੜਾਂਗੇ, ਨਾਈਲੌਨ। 1931 ਵਿੱਚ ਸਭ ਤੋਂ ਪਹਿਲਾਂ ਮੈਨ ਮੇਡ ਜਿਹੜਾ ਰੇਸ਼ਾ ਹੈ ਉਹ ਬਣਾਇਆ ਗਿਆ ਸੀ। ਇਹਨੂੰ ਅਸੀਂ ਸਭ ਤੋਂ ਪਹਿਲਾਂ ਕਿਉਂ ਕਹਿੰਦੇ ਆ ਕਿ ਜੇ ਤੁਹਾਨੂੰ ਮੈਂ ਦੱਸ ਚੁੱਕੀ ਹਾਂ ਪਹਿਲਾਂ ਹੀ ਕਿ ਰੇਯੋਨ ਦੇ ਵਿੱਚ ਅਸੀਂ ਕੁਦਰਤੀ ਸਾਧਨਾਂ ਦੀ ਵਰਤੋਂ ਕਰਕੇ ਇੱਕ ਰੇਸ਼ਾ ਤਿਆਰ ਕੀਤਾ ਸੀ। ਪਰ ਜਦੋਂ ਨਾਈਲੌਨ ਦੀ ਗੱਲ ਕਰਦੇ ਆ ਤਾਂ ਅਸੀਂ ਇਹਦੇ ਵਿੱਚ ਕੁਦਰਤੀ ਤੌਰ ਤੇ ਕੁਝ ਵੀ ਨਹੀਂ ਵਰਤਦੇ, ਸਗੋਂ ਕੁਝ ਅਜਿਹੇ ਕੈਮੀਕਲਸ ਦੀ ਵਰਤੋਂ ਕਰਦੇ ਆ ਜਿਹਦੇ ਨਾਲ ਇਹ ਨਾਈਲੌਨ ਰੇਸ਼ਾ ਬਣ ਜਾਂਦਾ ਹੈ। ਇਸ ਲਈ ਇਸ ਨੂੰ ਮੈਨ ਮੇਡ ਰੇਸ਼ੇ ਆ ਜਿਹੜੇ ਉਹਨਾਂ ਦੇ ਵਿੱਚ ਰੱਖਿਆ ਜਾਂਦਾ ਹੈ। ਤਾਂ ਤੁਸੀਂ ਆਪਣੇ ਆਲੇ ਦੁਆਲੇ ਕੁਝ ਐਗਜ਼ਾਮਪਲਸ ਦੇਖੀਆਂ ਹੋਣੀਆਂ, ਜੁਰਾਬਾਂ, ਰੱਸੇ, ਟੈਂਟ, ਟੂਥਬ੍ਰਸ਼, ਕਾਰ ਸੀਟ ਬੈਲਟ, ਕਰਟਨਸ, ਬਹੁਤ ਤਰ੍ਹਾਂ ਦੇ ਇਸ ਤਰ੍ਹਾਂ ਦੇ ਫਾਈਬਰਸ ਹੁੰਦੇ ਆ, ਫੈਬਰਿਕਸ ਹੁੰਦੇ ਆ, ਕੱਪੜੇ ਹੁੰਦੇ ਆ ਜਿਹੜੇ ਅਸੀਂ ਨਾਈਲੌਨ ਤੋਂ ਬਣਾਉਣੇ ਆ। ਇਸ ਦੀ ਸਭ ਤੋਂ ਇੰਟਰਸਟਿੰਗ ਗੱਲ ਇਹ ਹੁੰਦੀ ਹੈ ਕਿ ਇਹ ਸਸਤਾ ਵੀ ਹੈ ਤੇ ਬਹੁਤ ਜ਼ਿਆਦਾ ਹੰਢਣਸਾਰ ਵੀ ਹੈ। ਇੱਕ ਛੋਟੀ ਜਿਹੀ ਉਦਾਹਰਨ ਤੋਂ ਤੁਸੀਂ ਸਮਝ ਸਕਦੇ ਹੋ ਕਿ ਇਹ ਕਿੰਨਾ ਜ਼ਿਆਦਾ ਮਜ਼ਬੂਤ ਹੈ। ਤੁਸੀਂ ਸਾਰਿਆਂ ਨੇ ਮਾਊਂਟੇਨਰਿੰਗ ਕਰਦੇ ਹੋਏ ਬਹੁਤ ਸਾਰੇ ਵਿਅਕਤੀ ਦੇਖੇ ਹੋਣੇ ਆ। ਪਹਾੜਾਂ ਤੇ ਜਦੋਂ ਕੋਈ ਚੜ੍ਹਦਾ ਹੈ ਤਾਂ ਉਹ ਕੀ ਕਰਦੇ ਆ, ਇੱਕ ਰੱਸੀ ਦੇ ਨਾਲ ਕਿਸੇ ਚਟਾਨ ਦੇ ਉੱਤੇ ਆਪਣਾ ਗ੍ਰਿਪ ਬਣਾ ਲੈਂਦੇ ਆ ਤੇ ਉਸ ਰੱਸੀ ਦੇ ਸਹਾਰੇ ਉਹ ਪਹਾੜ ਨੂੰ ਚੜ੍ਹਦੇ ਆ। ਤੇ ਇਸੇ ਤਰ੍ਹਾਂ ਜਿਹੜੀ ਉਹ ਰੱਸੀ ਬਣੀ ਹੁੰਦੀ ਹੈ ਉਹ ਨਾਈਲੌਨ ਦੀ ਬਣੀ ਹੁੰਦੀ ਹੈ। ਤਾਂ ਦੂਸਰੀ ਐਗਜ਼ਾਮਪਲ ਤੁਸੀਂ ਦੇਖਿਆ ਹੋਣਾ, ਪਹਾੜਾਂ ਤੋਂ ਜਦੋਂ ਜਾਂ ਜਹਾਜ਼ ਤੋਂ ਜਦੋਂ ਜੰਪ ਲਗਾਉਣਾ ਹੁੰਦਾ ਉਹਨਾਂ ਨੇ ਪੈਰਾਸ਼ੂਟ ਲਗਾਏ ਹੁੰਦੇ ਆ ਜਿਹਦੇ ਨਾਲ ਉਹ ਹੌਲੀ ਹੌਲੀ ਧਰਤੀ ਤੇ ਆਉਂਦੇ ਆ। ਤਾਂ ਉਹ ਜਿਹੜਾ ਪੈਰਾਸ਼ੂਟ ਹੈ ਉਹ ਵੀ ਮਜ਼ਬੂਤ ਹੋਣਾ ਚਾਹੀਦਾ ਹੈ ਕਿ ਹਵਾ ਦੇ ਗਤੀ ਕਰਕੇ ਹਵਾ ਦੇ ਵਿੱਚ ਜਿਹੜਾ ਪ੍ਰੈਸ਼ਰ ਬਣ ਰਿਹਾ, ਦਬਾਅ ਬਣ ਰਿਹਾ, ਉਹਦੇ ਕਰਕੇ ਫਟ ਨਾ ਜਾਵੇ। ਤਾਂ ਇਸ ਤਰ੍ਹਾਂ ਦੀਆਂ ਸਾਰੀਆਂ ਚੀਜ਼ਾਂ ਨੂੰ ਕਰਨ ਵਾਸਤੇ ਉਹਨਾਂ ਨੂੰ ਇੱਕ ਮਜ਼ਬੂਤ ਕੱਪੜੇ ਦੀ ਲੋੜ ਹੁੰਦੀ ਹੈ। ਤਾਂ ਉਹ ਕਿਹਦੇ ਤੋਂ ਬਣਿਆ ਹੁੰਦਾ ਹੈ? ਨਾਈਲੌਨ ਤੋਂ। ਤਾਂ ਇਹ ਪੈਰਾਸ਼ੂਟ, ਨਾਈਲੌਨ ਦੀਆਂ ਰੱਸੀਆਂ, ਤਾਂ ਇਸ ਤਰ੍ਹਾਂ ਦੀਆਂ ਚੀਜ਼ਾਂ ਸਾਡੇ ਰੋਜ਼ਾਨਾ ਵਰਤੋਂ ਵਿੱਚ ਆਉਂਦੀਆਂ ਹਨ। ਬੱਚਿਓ, ਨਾਈਲੌਨ ਤੋਂ ਬਾਅਦ ਅਸੀਂ ਇੱਕ ਹੋਰ ਸੰਸਲਿਸ਼ਟ ਰੇਸ਼ੇ ਬਾਰੇ ਪੜਾਂਗੇ, ਉਹ ਹੈ ਪੋਲੀਸਟਰ। ਪੋਲੀਸਟਰ ਦੀ ਖਾਸੀਅਤ ਵਿੱਚ ਇਹ ਹੁੰਦੀ ਹੈ ਕਿ ਅਸੀਂ ਇਹਦੇ ਤੋਂ ਬਹੁਤ ਸਾਰੇ ਕੱਪੜੇ ਤਿਆਰ ਕਰਦੇ ਹਾਂ। ਜਿਹੜਾ ਡਰੈਸ ਮਟੀਰੀਅਲ ਜਿਹੜਾ ਅਸੀਂ ਯੂਨੀਫਾਰਮ ਇਵਨ ਤੁਸੀਂ ਪਾਉਂਦੇ ਹੋ ਜਾਂ ਹੋਰ ਇਸ ਤਰ੍ਹਾਂ ਦੀਆਂ ਸ਼ਰਟਾਂ ਹੋ ਗਈਆਂ, ਤਾਂ ਇਸ ਤਰ੍ਹਾਂ ਦੇ ਡਰੈਸ ਮਟੀਰੀਅਲ ਪੋਲੀਸਟਰ ਤੋਂ ਤਿਆਰ ਕੀਤੇ ਜਾਂਦੇ ਆ। ਇਸ ਪੋਲੀਸਟਰ ਫੈਬਰਿਕ ਦੀ ਖਾਸੀਅਤ ਹੈ ਇਹਨੂੰ ਬਹੁਤਾ ਪ੍ਰੈਸ ਦੀ ਲੋੜ ਨਹੀਂ ਪੈਂਦੀ। ਇਹਦੇ ਚਿੰਨ ਜਦੋਂ ਤੁਸੀਂ ਧੋ ਕੇ ਸੁੱਕਣਾ ਪਾਉਂਦੇ ਹੋ ਇਹਦੇ ਵਿੱਚ ਜ਼ਿਆਦਾ ਵੱਟ ਵੀ ਨਹੀਂ ਪੈਂਦੇ। ਫਿਰ ਇਸ ਨੂੰ ਜਦੋਂ ਤੁਸੀਂ ਪ੍ਰੈਸ ਕਰਦੇ ਹੋ ਤਾਂ ਪ੍ਰੈਸ ਸੋਹਣੀ ਵੀ ਬਹੁਤ ਹੁੰਦੀ ਹੈ, ਤੇ ਜੇ ਤੁਸੀਂ ਨਾ ਵੀ ਕਰੋ ਤਾਂ ਵੀ ਚੱਲ ਜਾਂਦਾ ਹੈ। ਤਾਂ ਇਹ ਰਿੰਕਲ ਫ੍ਰੀ ਡਰੈਸ ਮਟੀਰੀਅਲ ਹੈ। ਇਸੇ ਤਰ੍ਹਾਂ ਨਾਲ ਜਦੋਂ ਤੁਸੀਂ ਇਹਨੂੰ ਧੋਨੇ ਹੋ ਤਾਂ ਤੁਸੀਂ
ਜਦੋਂ ਕਦੇ ਦੇਖਿਆ ਹੋਊਗਾ ਕਿ ਬਿਲਕੁਲ ਪਿਓਰ ਕਾਟਨ ਸੂਤੀ ਕੱਪੜਾ ਹੈ, ਉਹਨੂੰ ਧੋ ਕੇ ਸੁੱਕਣਾ ਪਾ ਦਿਓ। ਦੂਸਰੇ ਪਾਸੇ ਕੋਈ ਪੋਲਿਸਟਰ ਦਾ ਜਿਹੜਾ ਤੁਹਾਡਾ ਕੱਪੜੇ ਹੈਗੇ ਆ, ਉਹਨਾਂ ਨੂੰ ਜੇ ਅਸੀਂ ਧੋ ਕੇ ਸੁੱਕਣਾ ਪਾ ਦਈਏ ਤਾਂ ਪੋਲਿਸਟਰ ਕੱਪੜੇ ਆ ਜਿਹੜੇ ਉਹ ਬੜੀ ਜਲਦੀ ਸੁੱਕ ਵੀ ਜਾਂਦੇ ਆ। ਤਾਂ ਇਸ ਤਰ੍ਹਾਂ ਨਾਲ ਲਾਈਫ ਦੇ ਵਿੱਚ ਸਾਨੂੰ ਇਹ ਚੀਜ਼ਾਂ ਲਾਈਫ ਨੂੰ ਈਜ਼ੀ ਬਣਾਉਂਦੀਆਂ ਕਿ ਸਾਡਾ ਟਾਈਮ ਬਚ ਜਾਂਦਾ ਹੈ। ਤਾਂ ਇਹਦੇ ਵਿੱਚ ਅਸੀਂ ਐਗਜ਼ਾਮਪਲ ਲੈਣੇ ਆ ਟੈਰੀਲੀਨ ਦੀ। ਤੁਸੀਂ ਕਦੇ ਜਦੋਂ ਮਾਰਕੀਟ ਜਾਂਦੇ ਹੋ ਤਾਂ ਤੁਸੀਂ ਅਕਸਰ ਹੀ ਆਪਦੇ ਮੰਮੀ ਨੂੰ ਇਹ ਗੱਲ ਕਹਿੰਦੇ ਸੁਣਿਆ ਹੋਊਗਾ ਕਿ ਸਾਨੂੰ ਟੈਰੀਲੀਨ ਕਾਟਨ ਦਿਖਾ ਦਿਓ। ਇਹਦਾ ਮਤਲਬ ਹੁੰਦਾ ਹੈ ਕਿ ਕੁਝ ਹਿੱਸਾ ਪੋਲਿਸਟਰ, ਕੁਝ ਹਿੱਸਾ ਅਸੀਂ ਕਾਟਨ, ਇਹਨਾਂ ਦੋਨਾਂ ਨੂੰ ਮਿਕਸ ਕਰਦੇ ਆ। ਤਾਂ ਮਿਕਸ ਕਰਨ ਤੋਂ ਬਾਅਦ ਇੱਕ ਡਰੈਸ ਮਟੀਰੀਅਲ ਤਿਆਰ ਹੁੰਦਾ ਹੈ ਜਿਹੜਾ ਅਸੀਂ ਯੂਜ਼ ਕਰਦੇ ਆ। ਕਿਉਂਕਿ ਬਿਲਕੁਲ ਪੋਲਿਸਟਰ ਨੂੰ ਪਾਉਣਾ ਬਹੁਤ ਔਖਾ ਹੁੰਦਾ ਹੈ, ਇਹ ਆਰਾਮਦਾਇਕ ਨਹੀਂ ਹੁੰਦਾ ਕਿਉਂਕਿ ਇਹਦੇ ਵਿੱਚੋਂ ਹਵਾ ਤੇ ਨਮੀ ਹੈ ਜਿਹੜੀ ਉਹ ਹਵਾ ਕ੍ਰਾਸ ਨਹੀਂ ਹੁੰਦੀ ਤੇ ਇਹ ਨਮੀ ਨੂੰ ਵੀ ਨਹੀਂ ਸੋਖਦਾ। ਇਸ ਲਈ ਅਸੀਂ ਥੋੜੇ ਜਿਹੇ ਮਿਕਸ ਕੱਪੜੇ ਪਾਉਂਦੇ ਆ। ਪੋਲਿਸਟਰ ਦੇ ਕੁਝ ਪਰਸੈਂਟੇਜ ਹੁੰਦੀ ਹੈ, ਕੁਝ ਪਰਸੈਂਟੇਜ ਅਸੀਂ ਹੋਰ ਸੂਤੀ ਜਾਂ ਕੁਝ ਇਸ ਤਰ੍ਹਾਂ ਦੇ ਫੈਬਰਿਕ ਮਿਕਸ ਕਰ ਲੈਂਦੇ ਆ। ਨੈਕਸਟ ਅਸੀਂ ਚੱਲਦੇ ਆ, ਥਰਡ ਫੈਬਰਿਕ ਹੈ ਸਾਡੇ ਕੋਲੇ ਪੋਲੀਥੀਨ। ਤਾਂ ਪੋਲੀਥੀਨ ਬਾਰੇ ਤੁਸੀਂ ਸਾਰਿਆਂ ਨੇ ਹੀ ਬਹੁਤ ਸੁਣਿਆ ਹੋਊਗਾ, ਅਸੀਂ ਬਹੁਤ ਰੌਲਾ ਪਾਉਂਦੇ ਆ ਪੋਲੀਥੀਨ ਨਹੀਂ ਯੂਜ਼ ਕਰਨਾ, ਪੋਲੀਥੀਨ ਨਹੀਂ ਯੂਜ਼ ਕਰਨਾ। ਤਾਂ ਪੋਲੀਥੀਨ ਐਕਚੁਅਲੀ ਹੁਣ ਤੁਹਾਡੇ ਦਿਮਾਗ 'ਚ ਆ ਗਿਆ ਹੋਣਾ ਮੈਂ ਕਿਸ ਦੀ ਗੱਲ ਕਰ ਰਹੀ ਆ। ਤਾਂ ਪੋਲੀਥੀਨ ਕੀ ਹੈ, ਜਿਹੜੇ ਲਿਫਾਫੇ ਅਸੀਂ ਅਕਸਰ ਯੂਜ਼ ਕਰਦੇ ਆ ਉਸ ਤੋਂ ਇਹ ਪੋਲੀਥੀਨ ਤੋਂ ਬਣੇ ਹੁੰਦੇ ਆ। ਤਾਂ ਇਹ ਪੋਲੀਥੀਨ ਹੈ ਜਿਹੜਾ ਇਹ ਅਸੀਂ ਮੰਨਦੇ ਆ ਕਿ ਅਸੀਂ ਯੂਜ਼ ਨਹੀਂ ਕਰਨਾ, ਪਰ ਇਹਨੇ ਸਾਡੀ ਲਾਈਫ ਹੈ ਜਿਹੜੀ ਉਹ ਬਹੁਤ ਈਜ਼ੀ ਵੀ ਬਣਾ ਦਿੱਤੀ ਹੋਈ ਹੈ। ਮਾਰਕੀਟ ਗਏ ਆ, ਤੁਸੀਂ ਕੋਈ ਚੀਜ਼ ਲੈ ਕੇ ਆਉਣੀ ਹੈ, ਫਟਾਫਟ ਤੁਹਾਨੂੰ ਦੁਕਾਨਦਾਰ ਇੱਕ ਪਤਲਾ ਜਿਹਾ ਪੋਲੀਥੀਨ ਦਾ ਲਿਫਾਫਾ ਕੱਢ ਕੇ ਉਹਦੇ ਵਿੱਚ ਕੁਝ ਚੀਜ਼ਾਂ ਪਾ ਕੇ ਫੜਾ ਦਿੰਦਾ ਹੈ। ਇਸੇ ਤਰ੍ਹਾਂ ਨਾਲ ਤੁਸੀਂ ਜੇ ਇਹਦੀ ਜਗ੍ਹਾ ਤੇ ਜੇ ਪੋਲੀਥੀਨ ਨਾ ਹੁੰਦਾ ਤਾਂ ਤੁਹਾਨੂੰ ਹਰ ਵਾਰ ਬੈਗ ਲੈ ਕੇ ਜਾਣਾ ਪੈਣਾ ਸੀ ਘਰੋਂ। ਤਾਂ ਇਸ ਤਰ੍ਹਾਂ ਦੀਆਂ ਕੁਝ ਐਗਜ਼ਾਮਪਲਸ ਤੋਂ ਸਾਨੂੰ ਲੱਗਦਾ ਹੈ ਕਿ ਸਾਡੀ ਲਾਈਫ ਹੈ ਜਿਹੜੀ ਪੋਲੀਥੀਨ ਨੇ ਈਜ਼ੀ ਬਣਾ ਦਿੱਤੀ ਹੈ। ਇੱਕ ਹੋਰ ਐਗਜ਼ਾਮਪਲ ਮੈਂ ਦਿੰਨੀ ਆ, ਪੋਲੀਥੀਨ ਤੋਂ ਹੀ ਪੈਟ ਜਾਰਸ। ਪੈਟ ਜਾਰ ਮਤਲਬ ਤੁਹਾਡੀ ਰਸੋਈ ਦੇ ਵਿੱਚ ਪਲਾਸਟਿਕ ਦੇ ਬਹੁਤ ਸਾਰੇ ਕੰਟੇਨਰਸ ਪਏ ਆ, ਬਹੁਤ ਸਾਰੇ ਡੱਬੇ ਪਏ ਆ ਜਿਹਦੇ ਵਿੱਚ ਤੁਹਾਡੀ ਮੰਮੀ ਬਹੁਤ ਸਾਰਾ ਸਮਾਨ ਸਟੋਰ ਕਰਕੇ ਰੱਖਦੇ ਆ। ਤਾਂ ਇਹ ਜਿਹੜੇ ਕਿਹਦੇ ਤੋਂ ਬਣੇ ਆ, ਇਹ ਵੀ ਪੋਲੀਥੀਨ ਤੋਂ ਹੀ ਬਣੇ ਆ। ਇਹਨਾਂ ਨੂੰ ਅਸੀਂ ਪੈਟ ਜਾਰ ਆਖਦੇ ਹਾਂ। ਪੈਟ ਜਾਰ, ਪੈਟ ਦੀ ਫੁੱਲ ਫਾਰਮ ਹੈ ਪੋਲੀਥੀਲੀਨ ਟੈਰੀਪੈਥਾਲੇਟ। ਤਾਂ ਇਹ ਤੁਸੀਂ ਨੋਟ ਕਰਕੇ ਰੱਖਣੀ ਹੈ ਆਪਣੀ ਨੋਟਬੁੱਕ ਦੇ ਵਿੱਚ, ਇਹ ਤੁਹਾਨੂੰ ਅੱਗੇ ਕੁਐਸਚਨਸ ਦੇ ਆਨਸਰ ਦੇਣ ਵਿੱਚ ਵੀ ਹੈਲਪ ਕਰੂਗਾ। ਤਾਂ ਪੈਟ ਜਾਰ ਹੈ ਜਿਹੜੇ ਅਸੀਂ ਬਹੁਤ ਸਾਰੇ ਵਰਤਦੇ ਹਾਂ। ਬੱਚੋ ਨੈਕਸਟ ਅਸੀਂ ਪੜ੍ਹਦੇ ਹਾਂ ਐਕਰਾਈਲਿਕ ਫਾਈਬਰਸ ਬਾਰੇ। ਐਕਰਾਈਲਿਕ ਰੇਸ਼ਿਆਂ ਦੀ ਖਾਸੀਅਤ ਇਹ ਹੁੰਦੀ ਹੈ ਕਿ ਇਹ ਸਾਨੂੰ ਜਿਹੜੀ ਵੂਲ ਹੁੰਦੀ ਹੈ, ਪਿਓਰ ਉਨ ਜਿਹਨੂੰ ਅਸੀਂ ਕੁਦਰਤੀ ਰੇਸ਼ੇ ਕਹਿੰਦੇ ਆ, ਉਹਦੀ ਜਗ੍ਹਾ ਤੇ ਵਰਤਦੇ ਆ ਅਸੀਂ ਇਸ ਨੂੰ, ਕਿਉਂਕਿ ਜਿਹੜੀ ਪਿਓਰ ਵੂਲ ਹੁੰਦੀ ਹੈ ਉਸ ਦੀ ਸਾਂਭ ਸੰਭਾਲ ਬਹੁਤ ਔਖੀ ਹੁੰਦੀ ਹੈ। ਦੂਸਰੇ ਨੰਬਰ ਤੇ ਉਹ ਮਹਿੰਗੀ ਬਹੁਤ ਹੁੰਦੀ ਹੈ, ਜਦੋਂ ਕਿ ਜਿਹੜੀ ਐਕਰਾਈਲਿਕ ਫਾਈਬਰ ਹੈ ਇਹਦੇ ਤੋਂ ਬਣੀ ਹੋਈ ਜਿਹੜੀ ਵੂਲ ਹੈ ਉਹ ਸਾਨੂੰ ਸਸਤੀ ਮਿਲ ਜਾਂਦੀ ਹੈ, ਬੜੀ ਜਲਦੀ ਸੁੱਕਦੀ ਵੀ ਹੈ। ਤਾਂ ਇਹਦੀ ਡਿਊਰੇਬਿਲਿਟੀ ਵੀ ਜ਼ਿਆਦਾ ਹੁੰਦੀ ਹੈ, ਹੰਢਣਸਾਰ ਵੀ ਜ਼ਿਆਦਾ ਹੁੰਦੀ ਹੈ। ਤਾਂ ਇਸ ਤਰੀਕੇ ਦੇ ਨਾਲ ਸਾਡੇ ਕੋਲੇ ਅਸੀਂ ਮੁੱਖ ਤੌਰ ਤੇ ਐਕਰਾਈਲਿਕ ਫਾਈਬਰ ਨੂੰ ਸਿੰਥੈਟਿਕ ਵੂਲ ਬਣਾਉਣ ਵਿੱਚ ਵਰਤਦੇ ਹਾਂ। ਹੁਣ ਤੁਸੀਂ ਮੇਰੇ ਤੋਂ ਸੁਣਿਆ ਹੋਊਗਾ, ਤੁਹਾਨੂੰ ਲੱਗਣ ਲੱਗ ਗਿਆ ਹੋਊਗਾ ਕਿ ਸ਼ਾਇਦ ਕੁਦਰਤੀ ਰੇਸ਼ਿਆਂ ਤੋਂ ਜਿਹੜੇ ਬਨਾਵਟੀ ਰੇਸ਼ੇ ਹੈ, ਸੰਸਲਿਸ਼ਟ ਰੇਸ਼ੇ ਹੈ, ਇਹ ਬਹੁਤ ਵਧੀਆ ਹੈ। ਬਿਲਕੁਲ ਹੈ ਤਾਂ ਬਹੁਤ ਵਧੀਆ, ਪਰ ਇਸ ਦੇ ਨਾਲ ਇਹਨਾਂ ਦੇ ਇੱਕ ਦੋ ਇਹੋ ਜਿਹੇ ਡਰਾਬੈਕਸ ਹੈ, ਇਹੋ ਜਿਹੀਆਂ ਕਮੀਆਂ ਹੈ ਜਿਹਦੇ ਕਰਕੇ ਸਾਨੂੰ ਕਈ ਵਾਰੀ ਦੁਬਾਰਾ ਸੋਚਣਾ ਪੈਂਦਾ ਹੈ ਕਿ ਸਾਨੂੰ ਇਹਨਾਂ ਦੀ ਵਰਤੋਂ ਕਰਨੀ ਚਾਹੀਦੀ ਹੈ ਕਿ ਨਹੀਂ ਕਰਨੀ ਚਾਹੀਦੀ। ਉਦਾਹਰਨ ਵਜੋਂ ਅਸੀਂ ਜਿਵੇਂ ਕਿ ਗੱਲ ਕਰਦੇ ਸੀਗੇ ਨਾਈਲੌਨ ਦੀ, ਐਕਰਾਈਲਿਕ ਵੂਲ ਦੀ, ਪੋਲਿਸਟਰ ਦੀ, ਤਾਂ ਇਹ ਸਾਰੇ ਦੇ ਸਾਰੇ ਰੇਸ਼ੇ ਜੇ ਕਿਤੇ ਇਹਨਾਂ ਨੂੰ ਥੋੜੀ ਬਹੁਤੀ ਵੀ ਅਸੀਂ ਅੱਗ ਦੇ ਨੇੜੇ ਲੈ ਜਾਂਦੇ ਆ ਤੇ ਬੜੀ ਜਲਦੀ ਇਹਨਾਂ ਨੂੰ ਅੱਗ ਲੱਗ ਜਾਂਦੀ ਹੈ। ਤੇ ਫਿਰ ਸਭ ਤੋਂ ਵੱਡਾ ਡਰਾਬੈਕ ਕੀ ਹੈ ਕਿ ਅੱਗ ਲੱਗਣ ਤੋਂ ਬਾਅਦ ਇਹ ਜਿਹੜੇ ਸਾਡੀ ਸਕਿਨ ਨੂੰ ਚਿਪ ਜਾਂਦੇ ਆ। ਤਾਂ ਤੁਸੀਂ ਸੁਣਿਆ ਹੋਣਾ ਦੀਵਾਲੀ ਦੇ ਨੇੜੇ ਟੀਚਰਸ ਵੀ ਤੇ ਪੇਰੈਂਟਸ ਵੀ ਤੁਹਾਨੂੰ ਅਕਸਰ ਹੀ ਕਹਿੰਦੇ ਆ ਇਹ ਗੱਲ
कि कदे भी चमकीले सिंथेटिक सोहने सोहने दिखण वाले जिहड़े शाइनिंग वाले कपड़े है वो पा के पटाके ना चलायो। तो उसका कारण की हुंदा है कि बड़ी जल्दी इन्हां नूं अग लग जाती है। तो ओदी बजाय जे असीं सूती कपड़े पाए हुंदे आ, प्योर कॉटन के कपड़े पाए हुंदे आ, जे किते उन्हां नूं अग लग भी जाती है तो वो कागज वांगू जलन तो बाद पासे होके डिग पैंदे आ। ਉਹਦੇ ਨਾਲ ਸਾਡੀ ਸਕਿਨ ਦਾ ਨੁਕਸਾਨ ਘੱਟ ਹੁੰਦਾ ਹੈ ਸਿੰਥੈਟਿਕ ਫਾਈਬਰਸ ਦੀ ਬਜਾਏ। ਤਾਂ ਬੇਟੇ ਇਹ ਗੱਲ ਸੀਗੀ, ਕੁਝ ਪੁਆਇੰਟਸ ਇਸ ਤਰ੍ਹਾਂ ਦੇ ਆ ਜਿਹੜੇ ਸਾਨੂੰ ਲੱਗਦਾ ਹੈ ਕਿ ਸਿੰਥੈਟਿਕ ਰੇਸ਼ੇ ਜਿਹੜੇ ਉਹ ਚੰਗੇ ਨਹੀਂ ਹੈ। ਕਈ ਪੁਆਇੰਟਸ ਇਹੋ ਜਿਹੇ ਜਿਹੜੇ ਸਾਨੂੰ ਲੱਗਦਾ ਹੈ ਕਿ ਸਿੰਥੈਟਿਕ ਰੇਸ਼ੇ ਜਿਹੜੇ ਇਹ ਸਾਡੇ। ਬੱਚਿਓ ਹੁਣ ਅਸੀਂ ਪਲਾਸਟਿਕ ਬਾਰੇ ਪੜਾਂਗੇ। ਪਲਾਸਟਿਕ ਹੈ ਜਿਹੜਾ ਉਹ ਸਭ ਤੋਂ ਪਹਿਲਾਂ ਸਾਨੂੰ ਇਹ ਦੇਖਣਾ ਪਊਗਾ ਕਿ ਜਿਹੜੇ ਅਸੀਂ ਸੰਸਲਿਸ਼ਟ ਰੇਸ਼ੇ ਪੜ੍ਹੇ ਸੀ ਜਿਵੇਂ ਨਾਈਲੋਨ, ਐਕਰਾਈਲਿਕ ਵਗੈਰਾ, ਤਾਂ ਇਹ ਪਲਾਸਟਿਕ ਉਹਨਾਂ ਨਾਲੋਂ ਵੱਖਰਾ ਕਿਵੇਂ ਹੈ। ਉਹਦੇ ਵਿੱਚ ਮੈਂ ਤੁਹਾਨੂੰ ਸਮਝਾਇਆ ਸੀ ਕਿ ਛੋਟੇ ਛੋਟੇ ਯੂਨਿਟਸ ਆਪਸ ਵਿੱਚ ਮਿਲਦੇ ਆ ਤੇ ਮਿਲ ਕੇ ਕੀ ਬਣਾਉਂਦੇ ਆ, ਲੰਬੀਆਂ ਲੰਬੀਆਂ ਲੜੀਆਂ ਬਣਾ ਲੈਂਦੇ ਆ। ਜਿਹੜੀਆਂ ਉਹ ਲੜੀਆਂ ਹੁੰਦੀਆਂ ਉਹ ਸ਼ੀਟਸ ਦੀ ਫਾਰਮ ਵਿੱਚ ਹੁੰਦੀਆਂ, ਜਿਵੇਂ ਆਪਣਾ ਕਾਗਜ਼ ਹੁੰਦਾ ਹੈ ਉਸ ਤਰ੍ਹਾਂ ਬਿਲਕੁਲ ਸ਼ੀਟਸ ਦੀ ਫਾਰਮ ਵਿੱਚ ਹੁੰਦੀਆਂ। ਪਰ ਜਦੋਂ ਅਸੀਂ ਪਲਾਸਟਿਕ ਦੀ ਗੱਲ ਕਰਦੇ ਆ ਤਾਂ ਹੁਣ ਜੇ ਅਸੀਂ ਉਹਨਾਂ छोटे छोटे यूनिट्स नूं बजाय कि कलियां लड़ियां ही बनाइए, उन्हां दे उपर भी कुछ ब्रांचेस बन जाण, शाखावां बन जाण, साइड्स नूं भी निकल जाण, थल्ले नूं भी चलिया जाण, तां कहण तो भाव वो 3 डायमेंशनल चलिया जाण, तां साडे कोल सानूं की प्राप्त हुंदा है, प्लास्टिक प्राप्त हुंदा है। तां जिहड़ा प्लास्टिक है ਇਹ ਤੁਸੀਂ ਸਾਰੇ ਅਕਸਰ ਹੀ ਇਸ ਸ਼ਬਦ ਨੂੰ ਆਪਣੀ ਰੋਜ਼ਾਨਾ ਜ਼ਿੰਦਗੀ ਦੇ ਵਿੱਚ ਅਕਸਰ ਯੂਜ਼ ਕਰਦੇ ਰਹਿੰਦੇ ਹੋ ਕਿ ਆ ਸਾਡੀ ਪਲਾਸਟਿਕ ਦੀ ਚੀਜ਼ ਹੈ, ਆ ਸਾਡੀ ਪਲਾਸਟਿਕ ਦੀ ਕੁਰਸੀ ਹੈ, ਸਾਡਾ ਪਲਾਸਟਿਕ ਦਾ ਸਕੇਲ ਹੈ, ਇਸ ਤਰ੍ਹਾਂ ਨਾਲ। ਪਰ ਅੱਜ ਅਸੀਂ ਸਾਇੰਸ ਦੀ ਭਾਸ਼ਾ ਵਿੱਚ ਪਲਾਸਟਿਕ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। ਪਲਾਸਟਿਕ ਨੂੰ ਅਸੀਂ ਦੋ ਤਰ੍ਹਾਂ ਨਾਲ ਸਮਝ ਸਕਦੇ ਹਾਂ। ਇੱਕ ਹੈ ਸਾਡੇ ਕੋਲੇ ਥਰਮੋ ਪਲਾਸਟਿਕ, ਦੂਸਰਾ ਹੈਗਾ ਥਰਮੋਸੈਟਿੰਗ ਪਲਾਸਟਿਕ। ਦੋਨਾਂ ਦੇ ਵਿੱਚ ਅੰਤਰ ਕਰਨਾ ਕਾਫੀ ਸੌਖਾ ਹੈ। ਥਰਮੋਪਲਾਸਟਿਕ ਹੈ ਜਿਹੜਾ ਉਹ ਇਸ ਤਰ੍ਹਾਂ ਦਾ ਪਲਾਸਟਿਕ ਹੁੰਦਾ ਹੈ ਜਿਹੜਾ ਬੜੀ ਜਲਦੀ ਮੋਲਡ ਹੋ ਜਾਂਦਾ ਹੈ, ਬਦਲਿਆ ਜਿਸ ਦਾ ਆਕਾਰ ਅਸੀਂ ਬਦਲ ਸਕਦੇ ਹਾਂ। ਕਹਿਣ ਤੋਂ ਭਾਵ ਹੈ ਇਹ ਥੋੜਾ ਨਰਮ ਪਲਾਸਟਿਕ ਹੁੰਦਾ ਹੈ। ਫੋਰ ਐਗਜ਼ਾਮਪਲ ਜਿਵੇਂ ਮੇਰੇ ਕੋਲ ਆਹ ਇੱਕ ਤਾਰ ਹੈ, ਤਾਂ ਤੁਸੀਂ ਦੇਖੋਗੇ ਇਸ ਤਾਰ ਦੇ ਇਹ ਕੀ ਹੈ, ਇਹਨੂੰ ਮੈਂ ਮੋੜ ਸਕਦੀ ਹਾਂ, ਇਸ ਤਰ੍ਹਾਂ ਫੋਲਡ ਕਰ ਸਕਦੀ ਹਾਂ, ਤਾਂ ਇਹ ਸੌਫਟ ਹੈ। ਤਾਂ ਇਹ ਕਿਹਦੇ ਤੋਂ ਬਣੀ ਹੋਈ ਹੈ, ਥਰਮੋਪਲਾਸਟਿਕ ਦੀ ਤੋਂ ਬਣੀ ਹੋਈ ਤਾਰ ਹੈ। ਤਾਂ ਇਸੇ ਤਰ੍ਹਾਂ ਨਾਲ ਹੋਰ ਕਾਫੀ ਸਾਰੀਆਂ ਐਗਜ਼ਾਮਪਲਸ ਜਿਵੇਂ ਅਸੀਂ ਲੈਂਦੇ ਹਾਂ, ਕੁਰਸੀਆਂ ਘਰਾਂ ਦੇ ਵਿੱਚ ਬਣੀਆਂ ਹੁੰਦੀਆਂ ਸਾਡੇ, ਜਾਂ ਜਿਹੜੇ ਕੰਟੇਨਰਸ ਦੀ ਅਸੀਂ ਪਹਿਲਾਂ ਵੀ ਗੱਲ ਕਰ ਚੁੱਕੇ ਹਾਂ, ਜਿਹੜੇ ਅਸੀਂ ਕਿਚਨ ਦੇ ਵਿੱਚ ਛੋਟੇ ਛੋਟੇ ਜਾਂ ਕਈ ਵਾਰੀ ਵੱਡੇ ਵੀ ਪਲਾਸਟਿਕ ਦੇ ਕੰਟੇਨਰ ਵਰਤਦੇ ਹਾਂ, ਉਹ ਸਾਰੇ ਥਰਮੋਪਲਾਸਟਿਕ ਤੋਂ ਬਣੇ ਹੁੰਦੇ ਆ। ਇਸ ਦਾ ਸਭ ਤੋਂ ਵੱਡਾ ਪਲੱਸ ਪੁਆਇੰਟ ਇਹ ਹੈ ਕਿ ਇਸ ਨੂੰ ਸੌਖਿਆਂ ਹੀ ਅਸੀਂ ਰੀਸਾਈਕਲ ਕਰਕੇ ਰੀਯੂਜ਼ ਕਰ ਸਕਦੇ ਹਾਂ। ਮਤਲਬ ਜਦੋਂ ਤੁਹਾਡਾ ਪਲਾਸਟਿਕ ਦਾ ਕੁਝ ਵੀ ਟੁੱਟ ਜਾਂਦਾ ਹੈ, ਅਸੀਂ ਉਹਨੂੰ ਕਬਾੜੀ ਵਾਲੇ ਨੂੰ ਦੇ ਦਿੰਦੇ ਆ, ਉਹ ਕਬਾੜੀ ਵਾਲਾ ਕੀ ਕਰਦਾ ਹੈ, ਉਸ ਨੂੰ ਫੈਕਟਰੀ ਵਿੱਚ ਜਾ ਕੇ ਦੇ ਦਿੰਦਾ, ਉੱਥੇ ਦੁਬਾਰਾ ਉਸ ਨੂੰ ਗਰਮ ਕੀਤਾ ਜਾਂਦਾ ਹੈ, ਫਿਰ ਪਿਘਲਾ ਲਿਆ ਜਾਂਦਾ ਹੈ, ਫਿਰ ਸਾਂਚਿਆਂ ਵਿੱਚ ਭਰ ਕੇ ਨਵਾਂ ਆਕਾਰ ਨਵਾਂ ਰੰਗ ਦੇ ਕੇ ਸਾਡੇ ਕੋਲੇ ਨਵਾਂ ਬਣ ਕੇ ਆ ਜਾਂਦਾ ਹੈ। ਤਾਂ ਥਰਮੋਪਲਾਸਟਿਕ ਸਾਡੇ ਕੋਲੇ ਰੀਯੂਜ਼ੇਬਲ ਤੇ ਰੀਸਾਈਕਲੇਬਲ ਪਲਾਸਟਿਕ ਹੁੰਦਾ ਹੈ। ਇਸ ਤੇ ਦੂਸਰੀ ਕਿਸਮ ਦੇ ਬਾਰੇ ਅਸੀਂ ਜੇ ਦੇਖੀਏ ਤਾਂ ਦੂਸਰਾ ਹੈ ਸਾਡੇ ਕੋਲੇ ਥਰਮੋਸੈਟਿੰਗ ਪਲਾਸਟਿਕ, ਜਿਸ ਨੂੰ ਅਸੀਂ ਹਾਰਡ ਪਲਾਸਟਿਕ ਵੀ ਕਹਿ ਸਕਦੇ ਹਾਂ। ਤਾਂ ਤੁਸੀਂ ਦੇਖਿਆ ਹੋਣਾ ਹਾਰਡ ਪਲਾਸਟਿਕ ਵੀ ਸਾਨੂੰ ਬਹੁਤ ਉਪਯੋਗੀ ਸਿੱਧ ਹੁੰਦਾ ਹੈ। ਤਾਂ ਤੁਸੀਂ ਘਰਾਂ ਦੇ ਵਿੱਚ ਇਸ ਤਰ੍ਹਾਂ ਨਾਲ ਸਵਿਚ ਬੋਰਡ ਜਿਹੜੇ ਉਹ ਬਣੇ ਦੇਖੇ ਹੋਣੇ ਆ, ਜਿਹੜੀਆਂ ਸਵਿਚਸ ਹੈ, ਪਲੱਗ, ਗ੍ਰਿਪ ਜਿਹੜੇ ਹੁੰਦੇ ਆ, ਇਹ ਸਾਰੇ ਹਾਰਡ ਪਲਾਸਟਿਕ ਤੋਂ ਬਣੇ ਹੋਏ ਹੁੰਦੇ ਆ। ਇਸੇ ਤਰ੍ਹਾਂ ਨਾਲ ਜਿਵੇਂ ਅਸੀਂ ਅੱਜ ਕੱਲ ਮੋਬਾਈਲ ਫੋਨ ਯੂਜ਼ ਕਰਦੇ ਆ, ਉਹਨਾਂ ਦੇ ਜਿਹੜੇ ਕਵਰਸ ਹੈ ਬਾਹਰ ਵਾਲੇ ਜਿਹੜੇ ਸਖਤ ਹੁੰਦੇ ਆ। ਇਸੇ ਤਰ੍ਹਾਂ ਨਾਲ ਸਭ ਤੋਂ ਇੰਪੋਰਟੈਂਟ ਚੀਜ਼ ਪ੍ਰੈਸ ਦੀ ਉੱਪਰੋਂ ਪਕੜਨ ਵਾਲੀ ਹੱਥੀ, ਇਸੇ ਤਰ੍ਹਾਂ ਨਾਲ ਜਿਹੜੇ ਬਰਤਨ ਅਸੀਂ ਕਿਚਨ ਦੇ ਵਿੱਚ ਯੂਜ਼ ਕਰਦੇ ਆ, ਕੁੱਕਰ ਯੂਜ਼ ਕਰਦੇ ਆ, ਕੜਾਹੀਆਂ ਯੂਜ਼ ਕਰਦੇ ਆ, ਉਹਨਾਂ ਦੇ ਹੈਂਡਲਸ ਆ ਜਿਹੜੇ ਉਹ ਸਾਰੇ ਕਿਹਦੇ ਤੋਂ ਬਣੇ ਹੁੰਦੇ ਆ, ਸਖਤ ਪਲਾਸਟਿਕ ਤੋਂ ਬਣੇ ਹੁੰਦੇ ਆ। ਇਸ ਸਖਤ ਪਲਾਸਟਿਕ ਦਾ ਇੱਕ ਖਾਸ ਗੁਣ ਕੀ ਹੈ ਕਿ ਇਹ ਗਰਮ ਹੋਣ ਤੇ ਵੀ, ਕਾਫੀ ਗਰਮ ਹੋਣ ਤੇ ਵੀ ਪਿਘਲਦਾ ਨਹੀਂ। ਇਸੇ ਲਈ ਅਸੀਂ ਸਵਿਚਸ ਆ ਜਿਹੜੀਆਂ ਉਹ ਵੀ ਜੇ ਗਰਮ ਹੋ ਜਾਣ ਤਾਂ ਕਦੇ ਮੈਲਟ ਇਸ ਤਰ੍ਹਾਂ ਨਹੀਂ ਹੁੰਦੀਆਂ। ਕੁੱਕਰ, ਕੜਾਹੀਆਂ ਦੇ ਜਿਹੜੇ ਹੈਂਡਲ ਆ ਉਹ ਵੀ ਸਾਨੂੰ ਇਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਉਹ ਮੈਲਟ ਨਹੀਂ ਹੁੰਦੇ ਤੇ ਸਾਨੂੰ ਉਹ ਜਿਹੜਾ ਬਰਤਨ ਹੈ ਗਰਮ ਲੱਗਣ ਤੋਂ ਵੀ ਬਚਾਉਂਦੇ ਆ। ਤਾਂ ਇਹ ਗੱਲ ਹੋਈ ਸਾਡੇ ਕੋਲੇ ਦੋਨੋਂ ਕਿਸਮ
किस्म दे प्लास्टिक दी, थर्मोप्लास्टिक ते थर्मोसैटिंग प्लास्टिक। इस तो बाद हुण असी ये जानते हैं कि जिहड़ा प्लास्टिक असी वरतदे आ इहनूं असी क्यों चुनिया, इहो जे किहड़े गुण सी जिहदे करके प्लास्टिक सानू वरतों योग लगदा है। इहदे विच सब तो पहला असी कहने आ कि जिहड़ा प्लास्टिक है यह अकिरियाशील है। अकिरियाशील होने करके असी किचन दे विच बहुत सारिया चीजां नू स्टोर कर सकते हैं। यह खाण वाले पदार्थां नाल किरिया नहीं करता, चाहे असी इहदे विच कोई खट्टे पदार्थ रख लीए तो यह बिल्कुल भी किसी नाल किरिया जल्दी जल्दी नहीं करता, इस करके असी इस नू चुनते हैं। इसे तरह नाल साडे कोले होर इहदे कुछ गुण है, जिवें कि यह बहुत हल्का हुंदा है। तुसी देखो जे एक प्लास्टिक दा कप चक्या है जां तुसी एक पासे स्टील दा कप चक्या है तो तुहानू हल्का केड़ा महसूस हो रहा हैगा, प्लास्टिक दा कप। तो प्लास्टिक है जिहड़ी ओह काफी हल्की हुंदी है। इसे तरह नाल ये मजबूत बहुत हुंदा है, असीं पहला भी गल कर चुके हैं इस बारे। मजबूत होने दे नाल सस्ता भी काफी है। ये सारे गुण सानू प्लास्टिक नू एक साडे लई बहुत उपयोगी चीज बनाउंदे आ। इस तो बिना एक होर बहुत इंपॉर्टेंट गुण है कि प्लास्टिक बिजली दा कुचालक हुंदा है। जे प्लास्टिक बिजली दा कुचालक है तां ही असीं इस नू तारां दे उपर जिहड़ी लेयर चढ़ाई हुंदी है प्लास्टिक दी उत्थे इस नू वरतदे हां। बच्चों हुण प्लास्टिक दे इन्ने सारे उपयोग पढ़न तो बाद असीं हुण थोड़ा जा इस दे जिहड़े नतीजे आ वातावरण दे उपर किस तरह के नतीजे आउंदे आ उहदे बारे भी जानदे हां। तुहानू सारिआं नू पता है छोटियां क्लासां च भी आपां पढ़दे आउंदे आ वातावरण उत्ते प्लास्टिक दा माड़ा प्रभाव भी पै रहा है, क्योंकि असी जिन्ने पदार्थ वरतते हैं असी इन्हां नू दो ग्रुप्स विच वंडदे हैं, जैव विघटनशील ते अविघटनशील। विघटनशील दा तुहानू पता ही है जिहड़े गल सड़ के खाद विच बदले जाते हैं, पर जिहड़े अविघटनशील है जिन्ने भी असी अज मैन मेड फैब्रिक्स पढ़े आ जिन्हों असी कहने आ कि संश्लिष्ट रेशे ते प्लास्टिक बारे जानकारी प्राप्त की है, ये सारे दे सारे जैव अविघटनशील हुंदे है। ਤਾਂ ਇਹ ਸਾਡੇ ਵਾਤਾਵਰਣ ਨੂੰ ਕਾਫੀ ਨੁਕਸਾਨ ਪਹੁੰਚਾ ਰਹੇ ਹੈ। ਤੁਸੀਂ ਕਈ ਵਾਰੀ ਅਕਸਰ ਹੀ ਨਿਊਜ਼ਪੇਪਰ ਵਿੱਚ ਜਾਂ ਟੀਵੀ ਦੇ ਵਿੱਚ ਖਬਰ ਸੁਣੀ ਹੋਣੀ ਹੈ ਕਿ ਸਾਨੂੰ ਪਲਾਸਟਿਕ ਦੀਆਂ ਥੈਲੀਆਂ, ਪਲਾਸਟਿਕ ਦੇ ਲਿਫਾਫੇ ਜਿਹੜੇ ਉਹ ਇੱਧਰ ਉੱਧਰ ਨਹੀਂ ਸੁੱਟਣੇ ਚਾਹੀਦੇ, ਕਿਉਂਕਿ ਇਹ ਅਕਸਰ ਹੀ ਜਿਹੜੇ ਪਸ਼ੂ ਤੁਰੇ ਫਿਰਦੇ ਆ ਉਹ ਖਾ ਜਾਂਦੇ ਆ, ਉਹਨਾਂ ਦੇ ਜਿਹੜੀ ਸਾਹ ਨਾਲੀ ਜਾਂ ਭੋਜਨ ਨਾਲੀ ਦੇ ਵਿੱਚ ਹੌਲੀ ਹੌਲੀ ਜਾ ਕੇ ਉਹ ਬਲੌਕ ਕਰ ਦਿੰਦੇ ਆ ਤੇ ਉਹਨਾਂ ਨਾਲ ਉਹਨਾਂ ਦੀ ਕਈ ਵਾਰੀ ਮੌਤ ਵੀ ਹੋ ਜਾਂਦੀ ਹੈ। ਇਸ ਤੋਂ ਬਿਨਾਂ ਸੀਵਰੇਜ ਦੀ ਬਲੌਕੇਜ, ਇਹਨਾਂ ਨੇ ਗਲਣਾ ਸੜਨਾ ਤਾਂ ਹੁੰਦਾ ਨਹੀਂ, ਸੀਵਰੇਜ ਨੂੰ ਬਲੌਕ ਕਰ ਦਿੰਦੇ ਆ। ਤਾਂ ਇਹੋ ਜਿਹੀਆਂ ਹੋਰ ਬਹੁਤ ਸਮੱਸਿਆਵਾਂ, ਗੰਦਗੀ ਬਹੁਤ ਫੈਲਦੀ ਹੈ। ਤਾਂ ਇਹ ਸਾਰਾ ਕੁਝ ਅਸੀਂ ਪਲਾਸਟਿਕ ਦੇ ਨਤੀਜੇ ਜ਼ਿਆਦਾ ਵਰਤੋਂ ਦੇ ਨਤੀਜੇ ਵਜੋਂ ਦੇਖ ਰਹੇ ਹਾਂ। ਤਾਂ ਇਸ ਲਈ ਤੁਸੀਂ ਹੁਣ ਦੇਖੋਗੇ ਕਿ ਅਸੀਂ ਪਹਿਲਾਂ 3R ਪ੍ਰਿੰਸੀਪਲ ਪੜ੍ਹਦੇ ਸੀ, ਪਰ ਅੱਜ ਕੱਲ ਅਸੀਂ 3R ਤੋਂ ਵੀ ਅੱਗੇ ਥੋੜਾ ਜਿਹਾ 5R ਵੱਲ ਜਾਂਦੇ ਹਾਂ। ਸਾਨੂੰ ਪਲਾਸਟਿਕ ਨੂੰ ਵਰਤੋਂ ਕਰਦੇ ਸਮੇਂ ਧਿਆਨ ਰੱਖਣਾ ਚਾਹੀਦਾ ਹੈ ਰੀਯੂਜ਼, ਰੀਸਾਈਕਲ, ਰਿਡਿਊਸ, ਰਿਕਵਰ ਤੇ ਰਿਫਿਊਜ਼। ਇਹਨਾਂ ਸਾਰੇ ਪੁਆਇੰਟਸ ਦਾ ਧਿਆਨ ਰੱਖਣਾ ਹੈ ਤਾਂ ਕਿ ਅਸੀਂ ਪਲਾਸਟਿਕ ਦੇ ਜਿਹੜੀ ਦੁਰਵਰਤੋਂ ਹੈ ਉਹਨੂੰ ਘਟਾ ਸਕੀਏ ਤੇ ਵਾਤਾਵਰਣ ਦੇ ਉੱਪਰ ਜਿਹੜਾ ਅਸਰ ਪੈ ਰਿਹਾ ਹੈ ਉਹਨੂੰ ਘਟਾ। ਬੱਚਿਓ ਹੁਣ ਅਸੀਂ ਸਾਰੇ ਪੜ੍ਹੇ ਹੋਏ ਲੈਸਨ ਦੀ ਰਿਵੀਜ਼ਨ ਕਰਦੇ ਹਾਂ। ਸਭ ਤੋਂ ਪਹਿਲਾਂ ਅਸੀਂ ਕੀ ਪੜ੍ਹਿਆ ਸੀ? ਬਹੁਲਕ। हाँ ਹੁਣ ਤੁਸੀਂ ਨਾਲ ਨਾਲ ਇਹਦਾ ਆਨਸਰ ਦੇਣਾ ਹੈ। ਬਹੁਲਕ ਕੀ ਹੁੰਦੇ ਆ? ਬਿਲਕੁਲ, ਬਹੁਲਕ ਛੋਟੀਆਂ ਛੋਟੀਆਂ ਇਕਾਈਆਂ ਤੋਂ ਮਿਲ ਕੇ ਬਣੇ ਹੋਏ ਵੱਡੀ ਚੇਨ ਨੂੰ ਅਸੀਂ ਬਹੁਲਕ ਕਹਿੰਦੇ ਹਾਂ। ਅਗਲਾ ਕੁਐਸਚਨ ਹੈ ਬਹੁਲਕ ਤੋਂ ਕੀ ਬਣਦਾ ਹੈ? ਬਹੁਲਕ ਤੋਂ ਅਸੀਂ ਪੜ੍ਹਿਆ ਸੀ ਸੰਸਲਿਸ਼ਟ ਰੇਸ਼ੇ ਬਣਦੇ ਹਨ ਜੋ ਮਨੁੱਖ ਦੁਆਰਾ ਬਣਾਏ ਜਾਂਦੇ ਹਨ। ਇਸ ਤੋਂ ਬਾਅਦ ਅਸੀਂ ਇਹ ਪੜ੍ਹਿਆ ਸੀ ਕਿ ਸੰਸਲਿਸ਼ਟ ਰੇਸ਼ੇ ਕਿੰਨੀ ਤਰ੍ਹਾਂ ਦੇ ਹਨ। ਇਹਦੇ ਵਿੱਚ ਸਭ ਤੋਂ ਪਹਿਲਾਂ ਅਸੀਂ ਨਾਈਲੌਨ,
ਅਸੀਂ ਪੋਲੀਥੀਨ ਅਤੇ ਐਕਰਾਇਲਿਕ ਬਾਰੇ ਪੜ੍ਹਿਆ ਸੀ। ਇਸ ਤੋਂ ਬਾਅਦ ਅਸੀਂ ਦੇਖਿਆ ਸੀ ਕਿ ਜਦੋਂ ਬਹੁਲਕ ਦੀਆਂ ਸ਼ੀਟਾਂ ਤੋਂ ਵੱਡੀਆਂ ਵੱਡੀਆਂ ਬ੍ਰਾਂਚੇਸ ਵਾਲੇ ਵੱਡੇ ਬਹੁਲਕ ਬਣਦੇ ਹਨ ਤਾਂ ਉਸ ਤੋਂ ਪਲਾਸਟਿਕ ਦਾ ਨਿਰਮਾਣ ਹੁੰਦਾ ਹੈ। ਪਲਾਸਟਿਕ ਅਸੀਂ ਪੜ੍ਹਿਆ ਸੀ ਦੋ ਤਰ੍ਹਾਂ ਦੇ ਹੁੰਦੇ ਹਨ। ਸੋਚ ਕੇ ਦੇਖੋ ਕਿਹੜੇ ਕਿਹੜੇ ਸਮਝਾਏ ਸੀ। ਬਿਲਕੁਲ ਠੀਕ, ਫਸਟ ਸੀ ਥਰਮੋਪਲਾਸਟਿਕ ਅਤੇ ਦੂਸਰਾ ਥਰਮੋਸੈਟਿੰਗ ਪਲਾਸਟਿਕ। ਹੁਣ ਇਸ ਨੂੰ ਆਪਣੇ ਮਨ ਵਿੱਚ ਦੁਹਰਾ ਕੇ ਦੇਖੋ ਕਿ ਥਰਮੋਸੈਟਿੰਗ ਪਲਾਸਟਿਕ ਅਤੇ ਥਰਮੋਪਲਾਸਟਿਕ ਵਿੱਚ ਕੀ ਅੰਤਰ ਕਰੇ ਸੀ ਅਸੀਂ। ਥਰਮੋਸੈਟਿੰਗ ਪਲਾਸਟਿਕ ਤੇ ਥਰਮੋਪਲਾਸਟਿਕ। ਥਰਮੋਸੈਟਿੰਗ ਪਲਾਸਟਿਕ ਦੇ ਵਿੱਚ ਜਿਹੜਾ ਪਲਾਸਟਿਕ ਹੈ ਉਹ ਸਖਤ ਹੁੰਦਾ ਹੈ, ਉਸ ਨੂੰ ਦੁਬਾਰਾ ਵਾਰ-ਵਾਰ ਪੁਨਰ ਵਰਤੋਂ ਨਹੀਂ ਕੀਤੀ ਜਾ ਸਕਦੀ। ਜਦੋਂ ਕਿ ਥਰਮੋਪਲਾਸਟਿਕ ਹੈ ਇਹ ਥੋੜਾ ਨਰਮ ਪਲਾਸਟਿਕ ਹੁੰਦਾ ਹੈ ਜਿਸ ਦੀ ਵਰਤੋਂ ਅਸੀਂ ਵਾਰ-ਵਾਰ ਕਰ ਸਕਦੇ ਹਾਂ। ਇਸ ਤੋਂ ਬਾਅਦ ਅਸੀਂ ਪਲਾਸਟਿਕ ਦੇ ਗੁਣਾਂ ਬਾਰੇ ਜਾਣਿਆ ਸੀ, ਜਿਸ ਵਿੱਚ ਅਸੀਂ ਇਹ ਸਮਝਿਆ ਸੀ ਕਿ ਪਲਾਸਟਿਕ ਹੈ ਜਿਹੜਾ ਉਹ ਕਿੰਨਾ ਉਪਯੋਗੀ ਹੈ। ਇਸ ਦੇ ਨਾਲ ਨਾਲ ਅਸੀਂ ਪਲਾਸਟਿਕ ਦਾ ਵਾਤਾਵਰਣ ਉੱਪਰ ਕੀ ਪ੍ਰਭਾਵ ਪੈਂਦਾ ਹੈ ਉਸ ਬਾਰੇ ਪੜ੍ਹਿਆ ਸੀ ਅਤੇ ਇਸ ਨੂੰ ਘਟਾਉਣ ਦੇ 5 ਨੁਕਤੇ ਵੀ ਸਾਂਝੇ ਕੀਤੇ ਸੀ, ਜਿਸ ਨੂੰ 5R ਦਾ ਸਿਧਾਂਤ ਕਿਹਾ ਸੀ। ਬੱਚਿਓ, ਮੈਨੂੰ ਉਮੀਦ ਹੈ ਕਿ ਤੁਹਾਨੂੰ ਅੱਜ ਦਾ ਲੈਸਨ ਚੰਗਾ ਲੱਗਿਆ ਹੋਵੇਗਾ। ਹੁਣ ਤੁਸੀਂ ਆਪਣੀਆਂ ਬੁੱਕਸ ਚੋਂ ਇਸ ਲੈਸਨ ਨੂੰ ਰੀਡਿੰਗ ਲੈਣੀ ਹੈ ਤੇ ਫਿਰ ਤੁਸੀਂ ਉਸ ਤੋਂ ਬਾਅਦ ਇਸ ਦੀ ਐਕਸਰਸਾਈਜ਼ ਨੂੰ ਸੋਲਵ ਕਰਨਾ ਹੈ। ਧੰਨਵਾਦ।